ਪ੍ਰਾਈਮ ਏਸ਼ੀਆ ਦੇਖ ਰਹੇ ਸਾਡੇ ਸਾਰੇ ਹੀ ਆਪਣਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰਾਈਮ ਟਾਕ ਦੇ ਵਿੱਚ ਨਵਦੀਪ ਲੈ ਕੇ ਆਈ ਇੱਕ ਨਵਾਂ ਵਿਸ਼ਾ। ਇਹ ਵਿਸ਼ਾ ਹੈ ਜੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ, ਕਿਉਂਕਿ ਕੈਨੇਡਾ ਇੱਕ ਇਸ ਤਰ੍ਹਾਂ ਦਾ ਦੇਸ਼ ਹੈ ਜਿਹੜਾ ਇਮੀਗ੍ਰੈਂਟਸ ਨੂੰ ਹਮੇਸ਼ਾ ਹੀ ਵੈਲਕਮ ਕਰਦਾ ਹੈ। ਇੱਥੇ ਇਮੀਗ੍ਰੈਂਟਸ ਦੀ ਲੋੜ ਹੁੰਦੀ ਹੈ ਤੇ ਇੱਥੇ ਇਮੀਗ੍ਰੈਂਟਸ ਬਹੁਤ ਜ਼ਿਆਦਾ ਖੁਸ਼ ਵੀ ਰਹਿੰਦੇ ਨੇ। ਸੋ ਇਮੀਗ੍ਰੇਸ਼ਨ ਦੇ ਵਿੱਚ ਲਾਜ਼ ਦੇ ਵਿੱਚ ਕੀ ਚੇਂਜਸ ਆਈਆਂ ਨੇ, ਕੀ ਨਵੀਆਂ ਅਪਡੇਟਸ ਨੇ, ਚਾਹੇ ਉਹ ਪੀਆਰ ਦਾ ਮਾਮਲਾ ਹੋਵੇ ਜਾਂ ਵਰਕ ਪਰਮਿਟ ਦਾ ਮਾਮਲਾ ਹੋਵੇ, ਸਪਾਊਸਲ ਵੀਜ਼ਾ ਹੋਏ, ਉਹਦੇ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਕਾਈ ਬੀਟ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਹਰਮੀਤ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਵਧੇਰੇ ਜਾਣਕਾਰੀ ਅਸੀਂ ਉਹਨਾਂ ਤੋਂ ਲੈਂਦੇ ਹਾਂ। ਹਰਮੀਤ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਹਾਂਜੀ, ਪ੍ਰਾਈਮ ਏਸ਼ੀਆ ਦੇ ਸਾਰੇ ਵਿਊਵਰਸ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਨਿੱਘਾ ਸਵਾਗਤ ਹੈ ਅਗੇਨ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੈਨੇਡਾ ਨੂੰ ਇਮੀਗ੍ਰੇਸ਼ਨਸ ਨੂੰ ਲੈ ਕੇ ਕੈਨੇਡਾ ਦੇ ਵਿੱਚ 2021 ਤੇ 22 ਮਤਲਬ ਅਗਲੇ 2 ਸਾਲਾਂ ਦੇ ਵਿੱਚ ਕੀ ਟਾਰਗੇਟਸ ਨੇ ਕੈਨੇਡਾ ਸਰਕਾਰ ਦੇ? ਦੇਖੋ ਹਾਂਜੀ, ਡਿਊ ਟੂ ਕੋਵਿਡ ਜਿਹੜਾ ਹੈ ਇਮੀਗ੍ਰੇਸ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਕਾਫੀ ਸਾਰੀਆਂ ਚੇਂਜਸ ਆਈਆਂ ਨੇ, ਕਾਫੀ ਸਾਰੀਆਂ ਪਾਲਿਸੀਜ਼ ਜਿਹੜੀਆਂ ਨੇ ਰਿਵਿਊ ਕੀਤੀਆਂ ਗਈਆਂ ਨੇ। ਐਂਡ ਇਸ ਟਾਈਮ ਪੀਰੀਅਡ ਦੇ ਵਿੱਚ ਜਦੋਂ ਕਿ ਲਾਈਕ ਆਫਟਰ ਮਾਰਚ ਜਿਹੜਾ ਹੈ ਕਈ ਟੈਂਪਰੇਰੀ ਪਾਲਿਸੀਜ਼ ਦੇ ਅੰਡਰ ਕਾਫੀ ਸਾਰੇ ਪ੍ਰੋਗਰਾਮਸ ਵੀ ਲਾਂਚ ਕੀਤੇ ਗਏ। ਜੇ ਆਪਾਂ ਗੱਲ ਕਰੀਏ ਕਿ 2019 ਦੀ, ਤਾਂ 2019 ਦੇ ਵਿੱਚ ਜਿਸ ਤਰ੍ਹਾਂ ਕਿ ਇਮੀਗ੍ਰੇਸ਼ਨ ਦੇ ਟਾਰਗੇਟ ਸੀ ਕਿ 341,000 ਆਲਮੋਸਟ ਕੈਂਡੀਡੇਟਸ ਨੂੰ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਇਮੀਗ੍ਰੇਸ਼ਨਸ ਪ੍ਰੋਵਾਈਡ ਕਰਨੀ ਸੀ ਉਹਨਾਂ ਨੇ। ਸੋ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਆਲਮੋਸਟ ਜਿਹੜੇ ਉਹਨਾਂ ਦੇ 50% ਤੋਂ ਮੋਰ ਕੈਂਡੀਡੇਟਸ ਜਿਹੜੇ ਸੀ ਉਹ ਐਜ਼ ਅ ਟੈਂਪਰੇਰੀ ਰੈਜ਼ੀਡੈਂਟ ਕੈਨੇਡਾ ਦੇ ਵਿੱਚ ਆਏ। ਤੇ ਪਰਮਾਨੈਂਟ ਰੈਜ਼ੀਡੈਂਸੀ ਦੀ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਅੰਡਰ ਸਟੂਡੈਂਟ ਵੀਜ਼ਾ ਜਾਂ ਵਰਕ ਵੀਜ਼ਾ ਜਾਂ ਵਿਜ਼ਟਰ ਕੈਟਾਗਰੀ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਉਹ ਮੋਰ ਸੀ ਐਜ਼ ਕੰਪੇਅਰ ਟੂ ਪਰਮਾਨੈਂਟ ਰੈਜ਼ੀਡੈਂਟ। ਪਰ 2020 ਦੀ ਜੇ ਆਪਾਂ ਗੱਲ ਕਰੀਏ ਤਾਂ 2020 ਦੇ ਵਿੱਚ ਜਿਹੜੇ ਇਹਨਾਂ ਦੇ ਟਾਰਗੇਟ ਸੀ ਕਿ ਇਹਨਾਂ ਨੇ 341,000 ਕੈਂਡੀਡੇਟਸ ਨੂੰ ਇੱਥੇ ਇਮੀਗ੍ਰੇਟ ਕਰਕੇ ਲੈ ਕੇ ਆਉਣਾ ਸੀ, ਉਹ ਪ੍ਰੋਪਰਲੀ ਅਚੀਵ ਨਹੀਂ ਕਰ ਪਾਏ। ਉਹਦੇ ਵਿੱਚ ਆਲਮੋਸਟ 200,000 ਕੈਂਡੀਡੇਟਸ ਹੀ ਜਿਹੜੇ ਨੇ ਉਹ ਇਮੀਗ੍ਰੇਟ ਹੋ ਕੇ ਆਏ ਨੇ। ਬਟ ਸੋ ਉਹਦੇ ਲਈ ਕੀ ਹੋਇਆ ਕਿ ਜਿਹੜੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਈਕਲ ਮੈਂਡੇਸੀਨੋ, ਉਹਨਾਂ ਨੇ ਜਿਹੜੀਆਂ ਰੀਸੈਂਟਲੀ ਜਿਹੜੀਆਂ ਨਿਊ ਅਨਾਉਂਸਮੈਂਟਸ ਕੀਤੀਆਂ ਜਿਹਦੇ ਵਿੱਚ ਸਾਡੇ ਕਮਿੰਗ ਈਅਰਸ ਜਿਹੜੇ 2021 ਤੋਂ ਲੈ ਕੇ 2023 ਦੇ ਟਾਰਗੇਟ ਸੀ ਉਹਨਾਂ ਨੂੰ ਡਿਸਕ੍ਰਾਈਬ ਕੀਤਾ ਗਿਆ, ਜਿਹਦੇ ਵਿੱਚ ਆਲਮੋਸਟ ਜਿਹੜਾ ਕੈਨੇਡਾ ਦੀ 1% ਪੋਪੂਲੇਸ਼ਨ ਆ ਉਹਦੇ ਇਕੁਇਵਲੈਂਟ ਜਿਹੜੇ ਆ ਮੋਰ ਜਿਹੜੇ ਰੇਟਸ ਇਨਕਰੀਜ਼ ਕਰਕੇ ਜਿਹੜੇ ਵੀ ਆ ਉਹ ਟਾਰਗੇਟ ਸੈੱਟ ਕੀਤੇ ਗਏ। ਸੋ ਜੇ ਆਪਾਂ 2021 ਦੀ ਗੱਲ ਕਰੀਏ ਤਾਂ 401,000 ਕੈਂਡੀਡੇਟਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਇਮੀਗ੍ਰੇਟ ਹੋ ਕੇ ਆਣਗੇ। ਸੋ 2022 ਦੀ ਗੱਲ ਕਰੀਏ ਤਾਂ 411,000 ਆਣਗੇ ਕੈਂਡੀਡੇਟਸ। ਐਂਡ 2023 ਦੇ ਲਈ ਇਸੇ ਤਰ੍ਹਾਂ ਹੀ 421,000 ਕੈਂਡੀਡੇਟਸ ਦਾ ਟਾਰਗੇਟ ਸੈੱਟ ਕੀਤਾ ਗਿਆ। ਸੋ ਜੇ ਪ੍ਰੈਜ਼ੈਂਟਲੀ ਵੀ ਆਪਾਂ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਦੇਖੀਏ ਤਾਂ ਕਾਫੀ ਸਾਰੀਆਂ ਚੇਂਜਸ ਆਈਆਂ ਨੇ, ਜਿੱਦਾਂ ਕਿ ਨਿਊ ਅਨਾਉਂਸਮੈਂਟਸ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੇ ਡਿਕਲੇਅਰ ਕੀਤਾ ਹੈ ਕਿ ਜਿਹੜੇ ਸਾਡੇ ਆਲਰੇਡੀ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੇ, ਚਾਹੇ ਉਹ ਸਟੂਡੈਂਟਸ ਨੇ ਜਾਂ ਵਰਕਰਸ ਨੇ ਜਾਂ ਫਿਰ ਉਹ ਅਜ਼ਾਇਲਮ ਸੀਕਰਸ ਨੇ, ਕਿਸੇ ਵੀ ਕੈਟਾਗਰੀ ਦੇ ਵਿੱਚ ਕੈਂਡੀਡੇਟਸ ਕੈਨੇਡਾ 'ਚ ਟੈਂਪਰੇਰੀ ਸਟੇਟਸ ਤੇ ਨੇ, ਉਹਨਾਂ ਦੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਹੈ ਉਸ ਪ੍ਰੋਸੀਜਰ ਨੂੰ ਥੋੜਾ ਰਿਲੈਕਟੈਂਟ ਕੀਤਾ ਜਾਏਗਾ। ਉਹਨਾਂ ਦਾ ਪ੍ਰੋਸੀਜਰ ਜਿਹੜਾ ਹੈ ਉਹਨੂੰ ਸਮੂਥ ਕੀਤਾ ਜਾਏਗਾ, ਜਿਹਦੇ ਵਿੱਚ ਹੋ ਸਕਦਾ ਹੈ ਕਿ ਨਿਊ ਪਾਇਲਟ ਪ੍ਰੋਗਰਾਮਸ ਜਿਹੜੇ ਨੇ ਫੈਡਰਲ ਸਕਿੱਲ ਵਰਕਰਸ ਜਾਂ ਫਿਰ ਇਕਨੋਮਿਕ ਕਲਾਸ ਦੇ ਲਈ ਜਿਹੜੇ ਲਾਂਚ ਕੀਤੇ ਜਾਣ। ਇਸ ਤੋਂ ਇਲਾਵਾ ਜਿਹੜਾ ਅਜ਼ਾਇਲਮ ਸੀਕਰਸ ਨੇ ਉਹਨਾਂ ਦੇ ਲਈ ਵੀ ਜਿਹੜੀਆਂ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਆਪਸ਼ਨਸ ਹੋਰ ਲਾਂਚ ਹੋਣਗੀਆਂ। ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਆ ਉਹਨਾਂ ਦੇ ਵਰਕ ਪਰਮਿਟ ਦੀ ਡਿਊਰੇਸ਼ਨ ਨੂੰ ਇਨਕਰੀਜ਼ ਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਉਹਨਾਂ ਦੇ ਪੁਆਇੰਟਸ ਦਾ ਜਿਹੜਾ ਸਿਸਟਮ ਹੈ ਉਹਨਾਂ ਨੂੰ ਵੀ ਇਨਕਰੀਜ਼ ਕੀਤਾ ਜਾ ਸਕਦਾ ਹੈ। ਜੀ ਹਰਮੀਤ। ਹਾਂਜੀ, ਸੋ ਇਸੇ ਤਰ੍ਹਾਂ ਜੇ ਆਪਾਂ ਦੇਖੀਏ ਕਿ ਰੀਸੈਂਟਲੀ ਜਿਹੜੀਆਂ ਚੇਂਜਸ ਹੋਈਆਂ ਜਿਹਦੇ ਵਿੱਚ ਫ੍ਰੈਂਕੋਫੋਨ ਕੈਂਡੀਡੇਟਸ ਨੇ, ਫ੍ਰੈਂਕੋਫੋਨ ਕੈਂਡੀਡੇਟਸ ਜਿਹੜੇ ਫ੍ਰੈਂਚ ਸਪੀਕਿੰਗ ਕੈਂਡੀਡੇਟਸ ਨੇ। ਸੋ ਪਹਿਲਾਂ ਜਿੱਦਾਂ ਕਿ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਜਿਹੜੇ ਫ੍ਰੈਂਚ ਸਪੀਕਿੰਗ ਕੈਂਡੀਡੇਟਸ ਹੁੰਦੇ ਸੀ ਉਹਨਾਂ ਦੇ ਵਿੱਚ ਜੇ ਉਹਨਾਂ ਦਾ CLB 7 ਲੈਵਲ ਹੁੰਦਾ ਸੀ ਤਾਂ ਉਹਦੇ ਵਿੱਚ ਉਹਨਾਂ ਨੂੰ 15 ਪੁਆਇੰਟਸ ਪ੍ਰੋਵਾਈਡ ਕੀਤੇ ਜਾਂਦੇ ਸੀ। ਸੋ ਉਹ 15 ਪੁਆਇੰਟਸ ਨੂੰ ਉਹਨਾਂ ਨੇ ਇਨਕਰੀਜ਼ ਕਰਕੇ 25 ਪੁਆਇੰਟਸ ਕਰ ਦਿੱਤਾ। ਸੇਮ ਲਾਈਕ ਜੇ ਬਾਇਲਿੰਗੁਅਲ ਕੈਂਡੀਡੇਟ ਸੀ ਜਿਹੜੇ ਫ੍ਰੈਂਚ ਐਂਡ ਇੰਗਲਿਸ਼ ਦੋਨਾਂ ਦੀ ਐਬਿਲਿਟੀਜ਼ ਰੱਖਦੇ ਆ ਤੇ ਉਹਦੇ ਲਈ ਉਹਨਾਂ ਨੇ 30 to 50 ਪੁਆਇੰਟਸ ਜਿਹੜੇ ਇਨਕਰੀਜ਼ ਕਰ ਦਿੱਤੇ ਆ। ਸੋ ਹੁਣ ਪੂਲ ਦੇ ਵਿੱਚ ਉਹ ਵਾਲੇ ਕੈਂਡੀਡੇਟਸ ਨੂੰ ਜ਼ਿਆਦਾ ਆਪਸ਼ਨਸ ਮਿਲਣਗੀਆਂ ਜਿਹੜੇ ਕਿ ਫ੍ਰੈਂਕੋਫੋਨ ਹੋਣਗੇ, ਜਿਹੜੇ ਫ੍ਰੈਂਚ ਦੀ ਐਬਿਲਿਟੀ ਰੱਖਦੇ ਹੋਣਗੇ। ਜੀ, ਤੇ ਹਰਮੀਤ ਜੀ ਤੁਹਾਨੂੰ ਲੱਗਦਾ ਹੈ ਭਾਰਤੀਆਂ ਨੂੰ ਇਹਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਭਾਰਤ ਦੇ ਵਿੱਚ ਫ੍ਰੈਂਚ ਇੱਕ ਕਾਮਨ ਲੈਂਗੁਏਜ ਨਹੀਂ ਹੈ, ਸੋ ਉਹਨਾਂ ਦਾ ਸਕੋਰ ਥੱਲੇ ਜਾਏਗਾ? ਜੀ ਬਿਲਕੁਲ, ਇਸ ਚੀਜ਼ ਦਾ ਭਾਰਤੀਆਂ ਨੂੰ ਨੁਕਸਾਨ ਆਪਾਂ ਨਹੀਂ ਕਹਿ ਸਕਦੇ ਕਿ ਹੋਵੇਗਾ, ਬਿਕਾਜ਼ ਆਪਾਂ ਅਗਰ ਇਕਨੋਮਿਕ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਹੈ ਉਹ ਜਸਟ ਇੰਡੀਆ ਦੇ ਉੱਪਰ ਹੀ ਨਹੀਂ ਆਪਾਂ ਕਹਿ
ਕਹਿ ਸਕਦੇ ਡਿਪੈਂਡੈਂਟ ਹੈਗੀ ਹੈ ਹੋਰ ਵੀ ਯੂਰੋਪੀਅਨ ਕੰਟਰੀਜ਼ ਨੇ ਜਿੱਦਾਂ ਸਾਊਥ ਅਫਰੀਕਾ ਜਾਂ ਹੋਰ ਕੰਟਰੀਜ਼ ਨੇ ਜਿੱਥੋਂ ਫ੍ਰੈਂਚ ਸਪੀਕਿੰਗ ਕੈਂਡੀਡੇਟਸ ਜਿਹੜੇ ਨੇ ਅਪਲਾਈ ਕਰਦੇ ਨੇ ਸੋ ਉਹਨਾਂ ਨੂੰ ਵੀ ਬੈਟਰ ਓਪਰਚੁਨਿਟੀਜ਼ ਮਿਲਣਗੀਆਂ ਜੇ ਆਪਾਂ ਪ੍ਰੀਵੀਅਸ ਇਮੀਗ੍ਰੇਸ਼ਨ ਦੇ ਟ੍ਰੈਂਡ ਦੀ ਗੱਲ ਕਰੀਏ ਤਾਂ ਫ੍ਰੈਂਚ ਦੇ ਵਿੱਚ ਜਿਹੜੇ ਕਿਬਿਕ ਦੇ ਵਿੱਚ ਆਪਾਂ ਗੱਲ ਕਰਦੇ ਸੀ ਕਿ ਕਿਬਿਕ ਦੇ ਵਿੱਚ ਫ੍ਰੈਂਚ ਸਪੀਕਿੰਗ ਕੈਂਡੀਡੇਟਸ ਨੂੰ ਪ੍ਰਾਇੋਰਟੀਜ਼ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਲਈ ਬਾਕੀ ਦੇ ਜਿਹੜੇ ਰੀਜਨਸ ਹੋ ਜਾਂਦੇ ਸੀ ਜਾਂ ਬਾਕੀ ਦੇ ਪ੍ਰੋਵਿੰਸਸ ਜਿਹੜੀਆਂ ਹੁੰਦੀਆਂ ਸੀ ਉਹਦੇ ਵਿੱਚ ਆਪਸ਼ਨਸ ਘੱਟ ਜਾਂਦੀਆਂ ਸੀ ਸੋ ਪੂਰੀ ਇਕਨੋਮਿਕ ਜਿਹੜੀ ਹੈਗੀ ਆ ਡਿਵੈਲਪਮੈਂਟ ਜਾਂ ਇਮੀਗ੍ਰੈਂਟਸ ਨੂੰ ਆਲ ਓਵਰ ਕੈਨੇਡਾ ਬੈਲੈਂਸ ਕਰਨ ਦੇ ਲਈ ਹੀ ਜਿਹੜਾ ਇਹ ਐਫਰਟਸ ਕੀਤਾ ਗਿਆ ਨੋ ਡਾਊਟ ਹੁਣ ਜਿਹੜੇ ਇੰਡੀਅਨਸ ਨੇ ਕਈ ਇੰਡੀਅਨਸ ਇਦਾਂ ਦੇ ਨੇ ਜਿੱਦਾਂ ਦੇ ਜਿਹੜੇ ਕਿ ਇੱਥੇ ਆਉਣ ਤੋਂ ਪਹਿਲਾਂ ਆਪਣੀ ਫ੍ਰੈਂਚ ਐਬਿਲਿਟੀਜ਼ ਨੂੰ ਵੀ ਇੰਪਰੂਵ ਕਰਦੇ ਨੇ ਜਿਹੜੇ ਕੈਬਿਕ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਕੇ ਆਉਂਦੇ ਨੇ ਉਹਨਾਂ ਦੀ ਪ੍ਰਾਇੋਰਟੀ ਹੁੰਦੀ ਹੈ ਕਿ ਕੈਬਿਕ ਦੇ ਵਿੱਚ ਰਹਿ ਕੇ ਹੀ ਉਹ ਆਪਣੀ ਇਮੀਗ੍ਰੇਸ਼ਨ ਨੂੰ ਅਚੀਵ ਕਰਨ ਸੋ ਆਪਾਂ ਡਾਇਰੈਕਟਲੀ ਨਹੀਂ ਕਹਿ ਸਕਦੇ ਕਿ ਹਾਂ ਨੈਗੇਟਿਵ ਇੰਪੈਕਟ ਪਏਗਾ ਬਟ ਹਾਂ ਬਾਇਲਿੰਗੁਅਲਿਜ਼ਮ ਆਫ ਕੈਨੇਡੀਅਨ ਇਕਨੋਮੀ ਜਿਹੜੀ ਉਹ ਮੇਨਟੇਨ ਕਰਕੇ ਰੱਖਣੀ ਉਹ ਵੈਰੀ ਨੈਸੈਸਰੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਟ ਵਿਲ ਹੈਵ ਅ ਪੋਜ਼ਿਟਿਵ ਇੰਪੈਕਟ ਔਨ ਆਲ ਓਵਰ ਦੀ ਕੈਨੇਡੀਅਨ ਜੀ ਤੁਸੀਂ ਜਿਵੇਂ ਦੱਸਿਆ ਕਿ ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਹੈ ਉਹਨਾਂ ਦੇ 50 ਪੁਆਇੰਟਸ ਹੁਣ ਐਡ ਹੋ ਜਾਣਗੇ ਹੈ ਨਾ ਬਟ ਮੇਰਾ ਪੁਆਇੰਟ ਇਹ ਸੀ ਕਿ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਕੈਂਡੀਡੇਟਸ ਨਹੀਂ ਨੇ ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਹੈ ਸੋ 50 ਪੁਆਇੰਟਸ ਐਡ ਹੋਣ ਦੇ ਨਾਲ ਉਹ ਕੰਟਰੀਜ਼ ਜਿੱਥੇ ਫ੍ਰੈਂਚ ਇੱਕ ਕਾਮਨ ਲੈਂਗੁਏਜ ਹੈ ਲੋਕਾਂ ਨੂੰ ਜ਼ਿਆਦਾ ਆਉਂਦੀ ਹੈ ਉਹਨਾਂ ਦਾ ਜਿਹੜਾ ਆਪਣਾ CRS ਸਕੋਰ ਹੈ ਉਹ ਹਾਈ ਜਾਏਗਾ ਉਹਦੀ ਵਜ੍ਹਾ ਦੇ ਨਾਲ ਐਕਸਪ੍ਰੈਸ ਐਂਟਰੀ ਪੂਲ ਦਾ ਜਿਹੜਾ ਕੱਟ ਆਫ ਹੈ ਉਹ ਵੀ ਹਾਈ ਚਲਾ ਜਾਂਦਾ ਹੈ ਤੇ ਡਰਾਜ਼ ਦੇ ਵਿੱਚ ਸਕੋਰ ਬਹੁਤ ਹਾਈ ਹੁੰਦਾ ਹੈ ਉਹਦਾ ਕਰਕੇ ਤੁਹਾਨੂੰ ਲੱਗਦਾ ਹੈ ਬਹੁਤ ਸਾਰੇ ਭਾਰਤੀ ਜਿਹੜੇ ਨੇ ਉਹਨਾਂ ਨੂੰ ITA ਨਹੀਂ ਆਏਗਾ ਹੁਣ ਮੈਂ ਇੱਥੇ ਇੱਕ ਚੀਜ਼ ਹੋਰ ਐਕਸਪਲੇਨ ਕਰਨਾ ਚਾਹਨੀ ਹਾਂ ਜੀ ਆਪਾਂ ਰੀਸੈਂਟਲੀ ਦੇਖੀ ਜਿਹੜਾ ਹੁਣ ਪ੍ਰੈਜ਼ੈਂਟਲੀ ਜਿਹੜਾ ਨਵਾਂ ਡਰਾ ਆਇਆ ਐਕਸਪ੍ਰੈਸ ਐਂਟਰੀ ਦਾ ਠੀਕ ਹੈ ਜਿੱਦਾਂ ਕਿ ਆਪਾਂ 2020 ਦੇ ਟਾਰਗੇਟਸ ਜਿਹੜੇ ਸੀ ਉਹ ਡਿਫਰੈਂਟ ਕੈਟਾਗਰੀਜ਼ 'ਚ ਨਹੀਂ ਮੀਟ ਕਰ ਪਾਏ ਬਟ ਸਟਿਲ ਅਗਰ ਆਪਾਂ ਦੇਖੀਏ ਕਿ ਜਿਹੜੇ ਟ੍ਰੈਂਡਸ ਆ ਉਹ ਟਾਰਗੇਟਸ ਨੂੰ ਮੀਟ ਕਰਨ ਦੇ ਵੱਲ ਹੀ ਨੇ ਸੋ ਪ੍ਰੈਜ਼ੈਂਟ ਡਰਾ ਦੇ ਵਿੱਚ ਵੀ ਜੇ ਆਪਾਂ ਦੇਖੀਏ ਕਿ ਰਿਕਾਰਡ ਬ੍ਰੇਕਿੰਗ ITAs ਇਸ਼ੂ ਕੀਤੇ ਗਏ 5000 ITAs ਇਸ਼ੂ ਕੀਤੇ ਗਏ ਆ ਸੋ ਨੋ ਡਾਊਟ ਇੱਕ ਗੈਪ ਵਿੱਚ ਰਿਹਾ ਵਿੱਚ ਇੱਕ ITA ਜਿਹੜਾ ਐਕਸਪ੍ਰੈਸ ਐਂਟਰੀ ਡਰਾ ਨਹੀਂ ਸੀ ਜਿਹਦੇ ਕਰਕੇ ਪੁਆਇੰਟਸ ਇੰਕਰੀਜ਼ ਹੋਏ ਨੋ ਡਾਊਟ ਜਿਹੜੇ ਫ੍ਰੈਂਚ ਸਪੀਕਿੰਗ ਕੈਂਡੀਡੇਟ ਸੀ ਉਹਨਾਂ ਨੂੰ ਜ਼ਿਆਦਾ ਆਪਸ਼ਨਸ ਮਿਲੀਆਂ ਉਹਨਾਂ ਦੇ ਲਈ ਜ਼ਿਆਦਾ ITAs ਇਸ਼ੂ ਹੋਏ ਬਟ ਜਦੋਂ ITAs ਨੰਬਰ ਆਫ ITAs ਜ਼ਿਆਦਾ ਇਸ਼ੂ ਹੋਣਗੇ ਤਾਂ ਓਬਵੀਅਸਲੀ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਜ਼ਿਆਦਾ ਆਪਸ਼ਨਸ ਮਿਲਣਗੀਆਂ ਸੋ ਬਾਕੀ ਦੀ ਜਿਹੜੀ ਜੇ ਆਪਾਂ ਗੱਲ ਕਰੀਏ ਕਿ ਇੰਡੀਅਨਸ ਦੇ ਲਈ ਇਹਦਾ ਲਾਸ ਹੋਏਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਹਾਂ ਫ੍ਰੈਂਚ ਦੀ ਜਿਨ੍ਹਾਂ ਦੇ ਕੋਲ ਐਬਿਲਿਟੀ ਨਹੀਂ ਹੈ ਉਹਨਾਂ ਦੇ ਪੁਆਇੰਟਸ ਨੋ ਡਾਊਟ CRS ਸਕੋਰ ਜ਼ਰੂਰ ਲੈਂਗੁਏਜ ਦੇ ਕਰਕੇ ਡਾਊਨ ਜਾਏਗੀ ਬਟ ਅਗਰ ਆਪਾਂ ਆਲ ਓਵਰ ਐਕਸਪ੍ਰੈਸ ਐਂਟਰੀ ਦੀ CRS ਸਕੋਰ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ CRS ਫੈਕਟਰਸ ਨੇ ਉਹ ਡਿਫਰੈਂਟ ਥਿੰਗਸ ਤੇ ਉੱਤੇ ਡਿਪੈਂਡ ਕਰਦਾ ਸਾਡੀ ਏਜ ਤੇ ਡਿਪੈਂਡ ਕਰਦਾ ਐਜੂਕੇਸ਼ਨ ਸਾਡਾ ਐਕਸਪੀਰੀਅੰਸ ਲੈਵਲ ਉਹਨਾਂ ਸਾਰੀਆਂ ਫੈਕਟਰਸ IELTS ਸਕੋਰ ਐਂਡ ਸਾਡੀ ਅਡੈਪਟੇਬਿਲਿਟੀ ਅਗਰ ਸਾਡਾ ਕੋਈ ਰਿਲੇਟਿਵ ਹੈਗਾ ਉਹਦੇ ਵੀ ਸਾਨੂੰ 15 ਐਡੀਸ਼ਨਲ ਪੁਆਇੰਟਸ ਮਿਲਦੇ ਆ ਜਾਂ ਤੁਹਾਡੇ ਕੋਲ ਜੌਬ ਆਫਰ ਹੈ ਜਾਂ ਤੁਹਾਡੇ ਕੋਲ ਜਾਂ PNP ਨੋਮੀਨੇਸ਼ਨ ਹੈ ਸੋ ਉਹਨਾਂ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਹਾਂਜੀ ਹਰਮੀਤ ਜੀ ਓਪਨ ਵਰਕ ਪਰਮਿਟ ਦੀ ਗੱਲ ਕਰਦੇ ਹਾਂ ਓਪਨ ਵਰਕ ਪਰਮਿਟ ਦਾ ਕੀ ਸਟੇਟਸ ਕੀ ਸਿਚੁਏਸ਼ਨ ਓਪਨ ਵਰਕ ਪਰਮਿਟ ਦੇ ਲਈ ਜਿਹੜੇ ਚਾਹਵਾਨ ਨੇ ਉਹਨਾਂ ਦੇ ਲਈ ਕੀ ਚੱਲ ਰਹੀ ਹੈ ਇਸ ਟਾਈਮ ਕੈਨੇਡਾ ਦੇ ਵਿੱਚ ਦੇਖੋ ਓਪਨ ਵਰਕ ਪਰਮਿਟ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡਿਫਰੈਂਟ ਕੈਟਾਗਰੀਜ਼ ਹੈ ਉਹਦੇ ਲਈ ਤੁਹਾਨੂੰ ਆਪਣੀਆਂ ਐਲੀਜੀਬਿਲਿਟੀਜ਼ ਮੇਨਟੇਨ ਕਰਨੀਆਂ ਪੈਣਗੀਆਂ ਜਾਂ ਤਾਂ ਤੁਹਾਡੇ ਕੋਲ ਤੁਸੀਂ ਆਪਣੇ ਇੱਥੇ ਕੈਨੇਡਾ ਦੇ ਵਿੱਚ ਸਟੱਡੀ ਕੰਪਲੀਟ ਕੀਤੀ ਹੋਵੇ ਸੋ ਡਿਪੈਂਡਿੰਗ ਅਪਨ ਦਾ ਡਿਊਰੇਸ਼ਨ ਆਫ ਦੀ ਸਟੱਡੀ ਤੁਹਾਡਾ ਓਪਨ ਵਰਕ ਪਰਮਿਟ ਲਈ ਤੁਸੀਂ ਜਿਹਨੂੰ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਹਿੰਦੇ ਨੇ ਉਹ ਅਪਲਾਈ ਕਰ ਸਕਦੇ ਹੋ ਤੁਹਾਡਾ ਸਪਾਊਸ ਇੱਥੇ ਕੈਨੇਡਾ ਦੇ ਵਿੱਚ ਹੈਗਾ ਤਾਂ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੇ ਉੱਪਰ ਹੈਗਾ ਤੇ ਤੁਹਾਡਾ ਜਿਹੜਾ ਦੂਸਰਾ ਸਪਾਊਸ ਉਹਨੂੰ ਅਕੰਪਨੀ ਕਰਨਾ ਚਾਹੁੰਦਾ ਹੈ ਤਾਂ ਓਪਨ ਵਰਕ ਪਰਮਿਟ ਦੇ ਉੱਤੇ ਆਪਣੀ ਐਪਲੀਕੇਸ਼ਨ ਫਾਈਲ ਕਰ ਸਕਦਾ ਹੈ ਹੋਰ ਡਿਫਰੈਂਟ ਕੈਟਾਗਰੀਜ਼ ਵੀ ਨੇ ਸੋ ਇਸ ਤੋਂ ਇਲਾਵਾ ਸਾਨੂੰ ਕਾਫੀ ਇਨਕੁਆਇਰੀਜ਼ ਆਉਂਦੀਆਂ ਨੇ ਯੂਰੋਪੀਅਨ ਕੰਟਰੀਜ਼ ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਨਿਊਜ਼ੀਲੈਂਡ ਤੋਂ ਕਿ ਉਹ ਉੱਥੋਂ ਦੇ ਸਿਟੀਜ਼ਨ ਨੇ ਤੇ ਇੱਥੇ ਆਪਣਾ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਅਪਲਾਈ ਕਰਨਾ ਚਾਹੁੰਦੇ ਨੇ ਸੋ ਇੱਕ ਅਨਦਰ ਬੜਾ ਅੱਛਾ ਪ੍ਰੋਗਰਾਮ ਹੈ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਦਰ ਕੈਨੇਡਾ ਦਾ ਬਾਇਲੇਟਰਲ ਇੱਕ ਐਗਰੀਮੈਂਟ ਹੈ ਜਿਹਨੂੰ ਕਿ ਰੈਸੀਪ੍ਰੋਕਲ ਐਗਰੀਮੈਂਟ ਵੀ ਕਹਿੰਦੇ ਨੇ ਜਿਹਦੇ ਵਿੱਚ ਕੈਨੇਡੀਅਨ ਜਿਹੜੇ ਸਿਟੀਜ਼ਨਸ ਨੇ ਉਹ ਵੀ ਕੁਝ ਕੰਟਰੀ ਆਲਮੋਸਟ ਮੋਰ ਦੈਨ 30 ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਾ ਕੇ ਓਪਨ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ ਨੇ ਐਜ਼ ਅ ਯੰਗ ਪ੍ਰੋਫੈਸ਼ਨਲ ਵੀ ਜਾ ਸਕਦੇ ਨੇ ਜਾਂ ਕੋਪ ਵਰਕ ਪਰਮਿਟ ਤੇ ਵੀ ਜਾ ਸਕਦੇ ਨੇ ਸੋ ਉਸ ਪ੍ਰੋਗਰਾਮ ਦੇ ਅੰਡਰ ਆਪਾਂ ਇੰਟਰਨੈਸ਼ਨਲ ਐਕਸਪੀਰੀਅੰਸ ਕੈਟਾਗਰੀ ਨੂੰ ਕੰਸੀਡਰ ਕਰਦੇ ਹਾਂ ਸੋ ਜੇ ਤੁਸੀਂ ਵਰਕਿੰਗ ਹੌਲੀਡੇ ਵੀਜ਼ਾ ਤੇ ਇੱਥੇ ਆਉਣਾ ਚਾਹੁੰਦੇ ਹੋ ਤਾਂ ਵਰਕਿੰਗ ਹੌਲੀਡੇ ਵੀਜ਼ਾ ਦੇ ਲਈ ਤੁਹਾਨੂੰ ਓਪਨ ਵਰਕ ਪਰਮਿਟ ਜਿਹੜਾ ਹੈ ਉਹ ਮਿਲ ਜਾਏਗਾ ਜਿਹਦੇ ਲਈ ਤੁਸੀਂ ਫ੍ਰੀ ਹੋ ਲਾਈਕ ਤੁਸੀਂ ਕਿਸੇ ਵੀ ਇੰਪਲਾਇਰ ਦੇ ਕੋਲ ਵਰਕ ਕਰ ਸਕਦੇ ਹੋ ਸੋ ਉਹਦੀਆਂ ਏਜ ਰਿਕੁਆਇਰਮੈਂਟਸ ਨੇ ਕਿ ਤੁਹਾਡੀ ਏਜ 18 to 35 ਦੇ ਬਿਟਵੀਨ ਹੋਣੀ ਚਾਹੀਦੀ ਹੈ ਤੁਸੀਂ ਵਨ ਆਫ ਦੀ ਸਿਟੀਜ਼ਨ ਹੋਣੇ ਚਾਹੀਦੇ ਹੋ ਜਿਹੜੀ ਕੰਟਰੀਜ਼ ਦੇ ਨਾਲ ਐਗਰੀਮੈਂਟ ਹੈ ਉਹਨਾਂ ਕੰਟਰੀਜ਼ ਦੇ ਵਿੱਚੋਂ ਕਿਸੇ ਕੰਟਰੀ ਦੇ ਸਿਟੀਜ਼ਨ ਹੋਣੇ ਚਾਹੀਦੇ ਹੋ ਐਂਡ ਮੋਰ ਓਵਰ ਜਦੋਂ ਤੁਹਾਨੂੰ ਵਰਕ ਪਰਮਿਟ ਇਸ਼ੂ ਹੋਏਗਾ ਤੇ ਤੁਸੀਂ ਇੱਥੇ ਇੱਕ ਹੈਲਥ ਇੰਸ਼ੋਰੈਂਸ ਕਵਰੇਜ ਲੈ ਕੇ ਆਣੀ ਹੈ ਬਿਕਾਜ਼ ਜਿੰਨੀ ਡਿਊਰੇਸ਼ਨ ਦੀ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੋਏਗੀ ਉਨੀ ਡਿਊਰੇਸ਼ਨ ਦਾ ਹੀ ਤੁਹਾਡਾ ਵਰਕ ਪਰਮਿਟ
ਜਿਹੜਾ ਤੁਹਾਨੂੰ ਇਸ਼ੂ ਕਰ ਦਿੱਤਾ ਜਾਏਗਾ ਜੀ। ਐਂਡ ਇਹਦੇ ਵਿੱਚ ਸੈਕਿੰਡ ਕੈਟਾਗਰੀ ਜਿਹੜੀ ਉਹ ਯੰਗ ਪ੍ਰੋਫੈਸ਼ਨਲਸ ਦੀ ਹੈ। ਸੋ ਇਸ ਕੈਟਾਗਰੀ ਦੇ ਵਿੱਚ ਅਸੀਂ ਉਹਨਾਂ ਕੈਂਡੀਡੇਟਸ ਨੂੰ ਲੈ ਲੈਂਦੇ ਹਾਂ ਜਿਹੜੇ ਕਿ ਪ੍ਰੋਫੈਸ਼ਨਲੀ ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹੁੰਦੇ ਆ, ਜਿਨ੍ਹਾਂ ਦੇ ਕੋਲ ਆਲਮੋਸਟ ਹਾਈ ਸਕਿੱਲਸ ਦੀਆਂ ਐਬਿਲਿਟੀਜ਼ ਨੇ, ਜਾਂ ਉਹ ਐਕਸਪੀਰੀਅੰਸ ਜਾਂ ਕੁਆਲੀਫਿਕੇਸ਼ਨ ਹੈ, ਉਹ ਕੈਨੇਡੀਅਨ ਸਿਸਟਮ ਦੇ ਵਿੱਚ ਆ ਕੇ ਇੱਥੋਂ ਦਾ ਐਕਸਪੀਰੀਅੰਸ ਗੇਨ ਕਰਨਾ ਚਾਹੁੰਦੇ ਆ, ਜਿਹਦੇ ਵਿੱਚ ਸਕਿੱਲ ਲੈਵਲ 0 A ਜਾਂ B ਉਹਦੀਆਂ ਸਕਿੱਲਸ ਦੀਆਂ ਜੌਬਸ ਆ ਜਾਂਦੀਆਂ ਨੇ। ਬਟ ਉਸ ਕੈਟਾਗਰੀ 'ਚ ਅਗਰ ਅਪਲਾਈ ਕਰਨਾ ਚਾਹੁੰਦੇ ਆ ਤੇ ਉਹਦੇ ਵਿੱਚ ਜਦੋਂ ਉਹ ਪੂਲ 'ਚ ਐਂਟਰ ਕਰਨਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੌਬ ਆਫਰ ਦੀ ਰਿਕੁਆਇਰਮੈਂਟ ਹੋਏਗੀ, ਇੰਪਲਾਇਰ ਸਪੈਸਿਫਿਕ ਜੌਬ ਆਫਰ। ਸੋ ਥਰਡ ਕੈਟਾਗਰੀ ਇਹਦੇ ਵਿੱਚ ਹੈ ਇੰਟਰਨੈਸ਼ਨਲ ਸਟੂਡੈਂਟ ਕੋਪ ਵਰਕ ਪਰਮਿਟ। ਸੋ ਜਿਹੜੇ ਵੀ ਸਟੂਡੈਂਟਸ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਦੇ ਵਿੱਚ ਇਨਰੋਲਡ ਨੇ ਤੇ ਉਹ ਆਪਣੀ ਕੋਪ ਜਾਂ ਇੰਟਰਨਸ਼ਿਪ ਨੂੰ ਕੰਪਲੀਟ ਕਰਨਾ ਚਾਹੁੰਦੇ ਨੇ, ਜਿਹਦੇ ਵਿੱਚ ਕਿ ਜਿਹੜੀ ਇੰਟਰਨਸ਼ਿਪ ਉਹਨਾਂ ਦਾ ਪਾਰਟ ਆਫ ਸਟੱਡੀ ਹੈ, ਜਦੋਂ ਇੰਟਰਨਸ਼ਿਪ ਕੰਪਲੀਟ ਕਰਨਗੇ ਤਾਂ ਹੀ ਉਹਨਾਂ ਨੂੰ ਉਹਨਾਂ ਦਾ ਡਿਗਰੀ ਡਿਪਲੋਮਾ ਪ੍ਰੋਵਾਈਡ ਕੀਤਾ ਜਾਏਗਾ। ਸੋ ਉਹ ਕੈਂਡੀਡੇਟਸ ਵੀ ਕੈਨੇਡਾ ਦੇ ਵਿੱਚ ਆਪਣੀ ਕੋਪ ਨੂੰ ਕੰਪਲੀਟ ਕਰਨ ਦੇ ਲਈ ਕੈਨੇਡਾ 'ਚ ਆ ਸਕਦੇ ਨੇ। ਉਹਦੇ ਲਈ ਵੀ ਉਹਨਾਂ ਨੂੰ ਇੰਪਲਾਇਰ ਸਪੈਸਿਫਿਕ ਜੌਬ ਆਫਰ ਜਿਹੜੀ ਹੈ ਉਹਦੀ ਰਿਕੁਆਇਰਮੈਂਟ ਹੋਏਗੀ। ਸੋ ਅਗਰ ਉਹ ਇਹਨਾਂ ਕੈਟਾਗਰੀਜ਼ ਦੇ ਵਿੱਚ ਐਜ਼ ਅ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਆਉਂਦੇ ਨੇ ਤਾਂ ਉਹਦਾ ਜਿਹੜਾ ਬੈਸਟ ਬਿਊਟੀ ਜੋ ਮੈਨੂੰ ਕਲੀਅਰਲੀ ਨਜ਼ਰ ਆਉਂਦੀ ਹੈ ਉਹ ਇਹ ਹੈ ਕਿ ਉਹ ਕੈਨੇਡਾ 'ਚ ਆ ਕੇ ਕੈਨੇਡੀਅਨ ਇਨਵਾਇਰਨਮੈਂਟ ਨੂੰ ਐਕਸਪਲੋਰ ਕਰ ਸਕਦੇ ਨੇ, ਕੈਨੇਡੀਅਨ ਐਕਸਪੀਰੀਅੰਸ ਨੂੰ ਗੇਨ ਕਰ ਸਕਦੇ ਨੇ, ਤੇ ਲੇਟਰ ਔਨ ਜੋ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲੈਣਾ ਚਾਹੁੰਦੇ ਨੇ ਤਾਂ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ ਉਹ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਵੀ ਲੈ ਸਕਦੇ ਨੇ। ਸੋ ਡਿਪੈਂਡਿੰਗ ਅਪਨ ਦਾ ਕੰਟਰੀ ਟੂ ਕੰਟਰੀ ਇਸ ਕੈਟਾਗਰੀ ਦੇ ਅੰਡਰ ਉਹ ਇੱਕ ਵਾਰੀ 2 ਵਾਰੀ ਜਾਂ ਇਸ ਤੋਂ ਵੱਧ ਡਿਪੈਂਡਿੰਗ ਅਪਨ ਦ ਸਿਚੁਏਸ਼ਨ ਆਫ ਦ ਕੰਟਰੀ ਅਪਲਾਈ ਕਰ ਸਕਦੇ ਨੇ। ਸੋ ਹਰਮੀਤ ਜੀ, ਇਹ 3 ਕੈਟਾਗਰੀਜ਼ ਜਿਹੜੀਆਂ ਨੇ ਇਹ ਤੁਸੀਂ ਦੱਸੀਆਂ, ਤੇ ਓਪਨ ਵਰਕ ਪਰਮਿਟ ਤੇ ਕਲੋਜ਼ਡ ਵਰਕ ਪਰਮਿਟ ਦੇ ਵਿੱਚ ਕੀ ਫਰਕ ਹੈ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਪਰ ਇੱਕ ਪਹਿਲਾਂ ਨਿੱਕਾ ਜਿਹਾ ਬ੍ਰੇਕ ਲੈਂਦੇ ਹਾਂ। ਸੋ ਮਿਲਦੇ ਹਾਂ ਇਹ ਬ੍ਰੇਕ ਤੋਂ ਬਾਅਦ, ਜਾਣਾ ਕਿਤੇ ਨਹੀਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ। ਹਰਮੀਤ ਜੀ ਸਕਾਈ ਬੀਟ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਸਾਡੇ ਨਾਲ ਨੇ, ਬਹੁਤ ਅਹਿਮ ਜਾਣਕਾਰੀ ਦੇ ਰਹੇ ਨੇ ਇਮੀਗ੍ਰੇਸ਼ਨ ਦੇ ਬਾਰੇ। ਤੇ ਹਰਮੀਤ ਜੀ, ਹੁਣ ਸਾਨੂੰ ਇਹ ਦੱਸੋ ਕਿ ਓਪਨ ਵਰਕ ਪਰਮਿਟ ਤੇ ਕਲੋਜ਼ਡ ਵਰਕ ਪਰਮਿਟ ਦੇ ਵਿੱਚ ਕੀ ਫਰਕ ਹੈ? ਪਰ ਸਭ ਤੋਂ ਪਹਿਲਾਂ ਸਾਰੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਹੋਏਗਾ ਕਿ ਤੁਹਾਨੂੰ ਸੰਪਰਕ ਕਿਸ ਤਰ੍ਹਾਂ ਦੇ ਨਾਲ ਕੀਤਾ ਜਾਏ। ਸੋ ਆਪਣੇ ਕੰਟੈਕਟ ਡਿਟੇਲਸ ਜ਼ਰੂਰ ਦਿਓ। ਹਾਂਜੀ, ਸਾਡਾ ਆਫਿਸ ਜਿਹੜਾ ਹੈ ਉਹ ਮਿਸੀਸਾਗਾ ਦੇ ਵਿੱਚ ਹੈ, ਡਿਊ ਰੋਡ ਦੇ ਉੱਤੇ। ਤੁਸੀਂ ਸਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ at 4169973031 ਦੇ ਉੱਤੇ, ਔਰ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਬਸਾਈਟ skybitimmigration.com ਦੇ ਉੱਤੇ। ਜੀ, ਤੇ ਹੁਣ ਉਹੀ ਵਾਲਾ ਕੁਐਸਚਨ ਕਿ ਵਰਕ ਪਰਮਿਟ ਜਿਹੜੇ 2 ਤਰ੍ਹਾਂ ਦੇ ਨੇ, ਓਪਨ ਤੇ ਕਲੋਜ਼, ਦੋਨਾਂ ਦੇ ਵਿੱਚ ਕੀ ਫਰਕ ਹੈ? ਹਾਂਜੀ, ਓਪਨ ਵਰਕ ਪਰਮਿਟ ਦੇ ਵਿੱਚ ਤੁਸੀਂ ਓਪਨਲੀ ਲਾਈਕ ਕਿਸੇ ਵੀ ਇੰਪਲਾਇਰ ਦੇ ਕੋਲ ਵਰਕ ਕਰ ਸਕਦੇ ਹੋ, ਐਕਸਪੀਰੀਅੰਸ ਗੇਨ ਕਰ ਸਕਦੇ ਹੋ। ਉਹਦੇ ਵਿੱਚ ਤੁਸੀਂ ਬਾਉਂਡਡ ਨਹੀਂ ਹੋ ਕਿ ਤੁਸੀਂ ਸਪੈਸੀਫਿਕ ਲੋਕੇਸ਼ਨ ਤੇ ਹੀ ਵਰਕ ਕਰਨਾ ਹੈ। ਯੂ ਆਰ ਫ੍ਰੀ ਟੂ ਵਰਕ ਐਨੀਵੇਅਰ ਇਨ ਕੈਨੇਡਾ, ਠੀਕ ਹੈ। ਤੇ ਕਲੋਜ਼ਡ ਵਰਕ ਪਰਮਿਟ ਤੇ ਜਿਹੜੇ ਵੀ ਤੁਸੀਂ ਇੰਪਲਾਇਰ ਨੇ ਤੁਹਾਨੂੰ ਜੌਬ ਆਫਰ ਪ੍ਰੋਵਾਈਡ ਕੀਤੀ ਹੈ, ਜਾਂ ਤੁਹਾਨੂੰ ਉਹਨਾਂ ਨੇ LMIA ਸਪੋਰਟਡ ਜਿਹੜਾ ਵਾ ਜੌਬ ਆਫਰ ਪ੍ਰੋਵਾਈਡ ਕੀਤੀ ਹੈ, ਤੁਹਾਨੂੰ ਉਸ ਇੰਪਲਾਇਰ ਦੇ ਨਾਲ ਹੀ ਵਰਕ ਕਰਨਾ ਪਏਗਾ ਡਿਊਰੇਸ਼ਨ, ਉਨੀ ਡਿਊਰੇਸ਼ਨ ਤੱਕ ਜਿੰਨੀ ਡਿਊਰੇਸ਼ਨ ਦਾ ਤੁਹਾਨੂੰ ਵਰਕ ਪਰਮਿਟ ਜਿਹੜਾ ਹੈ ਉਹ ਇਸ਼ੂ ਹੋਇਆ। ਜੀ, ਤੁਸੀਂ ਜੌਬ ਆਫਰ ਦੀ ਵੀ ਗੱਲ ਕੀਤੀ। ਜਦੋਂ ਜੌਬ ਆਫਰ ਕਿਸੇ ਨੂੰ ਮਿਲਦਾ ਹੈ ਤੇ ਉਹਦੇ ਵਿੱਚ LMI ਦਾ ਕੋਈ ਰੋਲ ਹੁੰਦਾ ਹੈ ਜਾਂ ਉਹ ਅਲੱਗ ਚੀਜ਼ ਹੈ ਤੇ ਜੌਬ ਆਫਰ ਜਿਹੜਾ ਇੱਕ ਅਲੱਗ ਚੀਜ਼ ਹੈ? ਇਹਨਾਂ ਵਿੱਚ ਕੀ ਡਿਫਰੈਂਸ ਹੈ? ਹਾਂਜੀ, ਜਿਹੜਾ ਜੌਬ ਆਫਰ ਹੁੰਦਾ ਉਹ 2 ਤਰੀਕੇ ਦਾ ਹੁੰਦਾ ਹੈ। ਇੱਕ LMIA ਸਪੋਰਟਡ ਜੌਬ ਆਫਰ ਹੁੰਦਾ ਜਿਹਦੇ ਨਾਲ ਆਪਾਂ ਕਿ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਦੇ ਉੱਤੋਂ ਆਪਾਂ ਆਪਣਾ ਕਲੋਜ਼ਡ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹਾਂ। ਸੋ ਐਂਡ ਦੂਸਰਾ ਜੌਬ ਆਫਰ ਜਿਹੜਾ ਹੈ ਉਹ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਡਿਪੈਂਡ ਕਰਦਾ ਹੈ। ਕੁਝ ਜੌਬ ਆਫਰ ਜਿਹੜੇ ਨੇ ਜਿਹਦੇ ਲਈ ਸਾਨੂੰ LMIA ਅਪਰੂਵ ਕਰਵਾਉਣ ਦੀ ਲੋੜ ਨਹੀਂ ਹੈ। ਇੰਪਲਾਇਰ ਆਪਣੇ ਪੋਰਟਲ ਤੋਂ ਇੰਪਲਾਇਰ ਕੰਪਲਾਈਂਸ ਫੀਸ ਪੇ ਕਰਕੇ ਤੇ ਜੌਬ ਆਫਰ ਪ੍ਰੋਵਾਈਡ ਕਰ ਦਿੰਦਾ ਕੈਂਡੀਡੇਟ ਨੂੰ। ਸੋ ਉਸ ਕੈਟਾਗਰੀ ਦੇ ਵਿੱਚ ਫਿਰ ਤੁਸੀਂ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਇੱਥੇ ਆ ਕੇ ਆਪਣਾ ਵਰਕ ਕਰ ਸਕਦੇ ਹੋ। ਜੀ, ਤੇ ਸਪਾਊਸਲ ਵੀਜ਼ਾ ਵਾਲਾ ਆਉਂਦੇ ਆ ਕਿਉਂਕਿ ਬਹੁਤ ਸਾਰੇ ਇੰਡੀਅਨ ਕੁੜੀਆਂ ਮੁੰਡੇ ਜਿਹੜੇ ਨੇ ਇੱਕ ਪਾਰਟਨਰ ਵਿਆਹ ਕਰਾ ਕੇ ਇੱਥੇ ਆਂਦਾ ਹੈ, ਬਾਅਦ ਵਿੱਚ ਉਹਨਾਂ ਦਾ ਪਰਪਸ ਹੁੰਦਾ ਹੈ ਕਿ ਦੂਸਰੇ ਨੂੰ ਵੀ ਬੁਲਾਇਆ ਜਾਏ ਕਿਉਂਕਿ ਆਬਵੀਅਸਲੀ ਜੀਵਨ ਸਾਥੀ ਇਕੱਠਾ ਰਹਿਣਾ ਚਾਹੁੰਦੇ ਨੇ ਤੇ ਇੱਥੇ ਉਹਨਾਂ ਨੂੰ ਲੱਗਦਾ ਹੈ ਬਿਹਤਰ ਭਵਿੱਖ ਬਣ ਸਕਦਾ ਹੈ। ਸਪਾਊਸਲ ਵੀਜ਼ਾ ਜਿਹੜਾ ਹੈ ਉਹਦਾ ਕੀ ਪ੍ਰੋਸੈਸਿੰਗ ਟਾਈਮ ਹੈ, ਕੀ ਉਹਦਾ ਅੱਜਕੱਲ ਸਿਚੁਏਸ਼ਨ ਕੀ ਚੱਲ ਰਹੀ ਹੈ ਕੈਨੇਡਾ 'ਚ, ਕਿੰਨਾ ਕੁ ਟਾਈਮ ਲੱਗ ਰਿਹਾ? ਦੇਖੋ, ਇਸ ਤੁਹਾਡੀ ਕੁਐਸਚਨ ਦੇ ਵਿੱਚ 2-3 ਪੁਆਇੰਟਸ ਜਿਹੜੇ ਨੇ ਮੈਂ ਪੁਆਇੰਟ ਆਊਟ ਕਰਨਾ ਚਾਹੂੰਗੀ। ਸਭ ਤੋਂ ਪਹਿਲਾਂ ਕਿ ਨੋ ਡਾਊਟ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਹੈ ਉਹਦਾ ਮੇਨ ਫੋਕਸ ਫੈਮਿਲੀ ਰੀਯੂਨੀਫਿਕੇਸ਼ਨ ਹੈ, ਜਿਹਦੇ ਅੰਡਰ ਤੁਸੀਂ ਅਗਰ ਤੁਹਾਡਾ ਸਪਾਊਸ ਇੱਥੇ ਕੈਨੇਡਾ ਦੇ ਵਿੱਚ ਕਿਸੇ ਵੀਜ਼ਾ ਦੇ ਉੱਤੇ ਹੈ, ਸਟੱਡੀ ਪਰਮਿਟ ਤੇ ਹੈ ਜਾਂ ਵਰਕ ਪਰਮਿਟ ਦੇ ਉੱਤੇ ਹੈ ਤੇ ਉਹ ਤੁਹਾਨੂੰ ਇੱਥੇ ਆਣ ਕੇ ਅਕੰਪਨਾਈ ਕਰਨਾ ਚਾਹੁੰਦਾ ਹੈ ਤਾਂ ਡੈਫੀਨੇਟਲੀ ਉਹ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਅਪਲਾਈ ਕਰਕੇ ਤੁਹਾਨੂੰ ਇੱਥੇ ਅਕੰਪਨਾਈ ਕਰ ਸਕਦਾ ਹੈ। ਹੁਣ ਦੂਸਰੀ ਗੱਲ ਇਹ ਚੀਜ਼ ਆ ਜਾਂਦੀ ਹੈ ਕਿ ਆਪਾਂ ਐਪਲੀਕੇਸ਼ਨ ਲਗਾਣੀ ਹੈ ਤੇ ਆਪਾਂ ਐਪਲੀਕੇਸ਼ਨ ਨੂੰ ਫਾਈਲ ਕਰਨਾ ਹੈ ਤੇ ਉਸ ਕੈਟਾਗਰੀ ਦੇ ਅੰਡਰ ਜਿਹਦੇ ਵੀ ਅੰਡਰ ਆਪਾਂ ਐਪਲੀਕੇਸ਼ਨ ਲਗਾ ਰਹੇ ਹਾਂ ਆਪਾਂ ਉਹਦੀਆਂ ਰਿਕੁਆਇਰਮੈਂਟਸ ਨੂੰ ਵੀ ਮੀਟ ਕਰਨਾ ਹੈ। ਸੋ ਫਾਰਮ ਫਿਲ ਕਰ ਦੇਣਾ ਇਟਸ ਨਾਟ ਅ ਡਿਫਿਕਲਟ ਥਿੰਗ, ਆਪਾਂ ਫਾਰਮ ਫਿਲ ਕਰ ਸਕਦੇ ਹਾਂ, ਦੈਟ ਇਜ਼ ਨਾਟ ਅ ਟੂ ਮਚ ਲੌਂਗ ਪ੍ਰੋਸੀਜਰ,
ਠੀਕ ਹੈ ਬਟ ਉਸ ਕੈਟਾਗਰੀ ਦੀਆਂ ਕੁਝ ਰਿਕੁਆਇਰਮੈਂਟਸ ਹੁੰਦੀਆਂ ਜੇ ਆਪਾਂ ਸਪਾਊਸ ਓਪਨ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ ਦੋ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਪਹਿਲਾਂ ਤੇ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਕਿੱਦਾਂ ਦਾ ਹੈਗਾ ਜੈਨੂਇਨਿਟੀ ਆਫ ਯੋਰ ਰਿਲੇਸ਼ਨਸ਼ਿਪ ਐਂਡ ਦੂਸਰੀ ਚੀਜ਼ ਇਹ ਹੈ ਕਿ ਤੁਹਾਡਾ ਇਮੀਗ੍ਰੇਸ਼ਨ ਪਰਪਸ ਤਾਂ ਨਹੀਂ ਸੀ ਜਦੋਂ ਤੁਸੀਂ ਇੱਥੇ ਐਪਲੀਕੇਸ਼ਨ ਲਗਾ ਕੇ ਕੈਨੇਡਾ ਦੇ ਵਿੱਚ ਆਏ ਸੋ ਰੀਸੈਂਟਲੀ ਜੇ ਆਪਾਂ ਦੇਖੀਏ ਤੇ ਕਾਫੀ ਸਾਰੇ ਸਪਾਊਸ ਓਪਨ ਵਰਕ ਪਰਮਿਟ ਦੇ ਕੇਸਿਸ ਦੇ ਵਿੱਚ ਸਾਨੂੰ ਰਿਫਿਊਜ਼ਲਸ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਨੇ ਉਹਨਾਂ ਦਾ ਬੇਸਿਕ ਜਿਹੜਾ ਮੈਨੂੰ ਕਾਰਨ ਲੱਗਦਾ ਹੈ ਉਹ ਇਹ ਹੈ ਕਿ ਜਦੋਂ ਆਪਾਂ ਐਪਲੀਕੇਸ਼ਨ ਸਬਮਿਟ ਕਰਦੇ ਆ ਤੇ ਆਫੀਸਰ ਦੋ ਤਿੰਨ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਐਨਾਲਾਈਜ਼ ਕਰਦਾ ਹੈ ਜੀ ਕਿ ਤੁਹਾਡੀ ਮੈਰਿਜ ਕਿਹੜੇ ਸਰਕਮਸਟੈਂਸਿਸ ਦੇ ਵਿੱਚ ਹੋਈ ਫਿਰ ਮੈਰਿਜ ਤੋਂ ਬਾਅਦ ਤੁਹਾਡੇ ਦੋਨਾਂ ਦੇ ਵਿੱਚ ਕਿੰਨੀ ਡਿਊਰੇਸ਼ਨ ਤੇ ਤੱਕ ਤੁਸੀਂ ਸਟੇ ਕੀਤਾ ਤੁਹਾਡਾ ਸਟੇ ਕਿੰਨਾ ਸੀ ਤੇ ਸਟੇ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਜਿਹੜੀ ਸਬਮਿਟ ਕਰ ਰਹੇ ਹੋ ਕਿੰਨੇ ਸ਼ਾਰਟ ਟਰਮ ਪੀਰੀਅਡ ਦੇ ਵਿੱਚ ਸਬਮਿਟ ਕਰ ਰਹੇ ਹੋ ਇਸ ਤੋਂ ਇਲਾਵਾ ਤੁਹਾਡੇ ਵਿੱਚ ਆਫਟਰ ਮੈਰਿਜ ਕੀ ਕਮਿਊਨੀਕੇਸ਼ਨ ਹੈ ਬਿਫੋਰ ਮੈਰਿਜ ਤੁਹਾਡੀਆਂ ਕੀ ਕਮਿਟਮੈਂਟਸ ਸੀਗੀਆਂ ਜਾਂ ਮੈਰਿਜ ਹੋਣ ਤੋਂ ਬਾਅਦ ਤੁਸੀਂ ਫਾਈਨੈਂਸ਼ੀਅਲੀ ਕਿੰਨੇ ਇੱਕ ਦੂਸਰੇ ਦੇ ਉੱਤੇ ਡਿਪੈਂਡੈਂਟ ਹੋ ਜਾਂ ਸਪੋਰਟ ਪ੍ਰੋਵਾਈਡ ਕਰਦੇ ਪਏ ਹੋ ਤੁਹਾਡੀ ਫੈਮਿਲੀ ਇਨਵੋਲਵਮੈਂਟ ਕਿੱਦਾਂ ਦੀ ਹੈ ਫਿਰ ਮੈਰਿਜ ਜਿਹੜੀ ਉਹ ਜੈਨੂਇਨ ਨੂੰ ਆਪਾਂ ਪ੍ਰੂਵ ਕਰਨ ਦੇ ਲਈ ਮੈਰਿਜ ਸਰਟੀਫਿਕੇਟ ਤੋਂ ਇਲਾਵਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਦੇ ਆ ਜੀ ਤੇ ਜੇ ਆਪਾਂ ਇਮੀਗ੍ਰੇਸ਼ਨ ਪਰਪਸ ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਪਰਪਸ ਦੇ ਵਿੱਚ ਆਫੀਸਰ ਜਦੋਂ ਇਮੀਗ੍ਰੇਸ਼ਨ ਆਫੀਸਰ ਦੇ ਕੋਲ ਫਾਈਲ ਜਾਂਦੀ ਹੈ ਉਹ ਇਹਨਾਂ ਚੀਜ਼ਾਂ ਨੂੰ ਅਸੈਸ ਕਰਦਾ ਹੈ ਕਿ ਇਸ ਪਰਸਨ ਨੇ ਇੱਥੇ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਆਣਾ ਹੈ ਹਾਂਜੀ ਤੇ ਉਹ ਇਮੀਗ੍ਰੇਸ਼ਨ ਦੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰ ਰਿਹਾ ਕਿ ਉਹਦਾ ਇੱਥੇ ਸ਼ਾਰਟ ਟਰਮ ਪੀਰੀਅਡ ਦਾ ਸਟੇ ਹੋਏਗਾ ਤੇ ਉਹਦੀਆਂ ਬੈਕ ਹੋਮ ਟਾਈਜ਼ ਕੀ ਨੇ ਕਿ ਉਹਨੇ ਜਸਟ ਮੈਰਿਜ ਫॉर ਇਮੀਗ੍ਰੇਸ਼ਨ ਇੱਥੇ ਕੈਨੇਡਾ ਦੇ ਆਉਣ ਦੇ ਵਿੱਚ ਤਾਂ ਨਹੀਂ ਕੀਤੀ ਉਹਦੀਆਂ ਬੈਕ ਹੋਮ ਦੇ ਵਿੱਚ ਕੀ ਉਹ ਸਟੱਡੀ ਕਰ ਰਿਹਾ ਕੀ ਉਹ ਵਰਕ ਕਰ ਰਿਹਾ ਫਾਈਨੈਂਸ਼ੀਅਲੀ ਉਹ ਇੰਡੀਪੈਂਡੈਂਟ ਹੈਗਾ ਕਿ ਨਹੀਂ ਹੈਗਾ ਐਡਮਿਸਿਬਲ ਹੈਗਾ ਕੋਈ ਕ੍ਰਿਮੀਨਲ ਚਾਰਜ ਤਾਂ ਨਹੀਂ ਉਹਦੇ ਤੇ ਲੱਗੇ ਹੋਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ ਹੈ ਜੀ ਸੋ ਇਹ ਤਾਂ ਪੈਰਾਮੀਟਰਸ ਹੋ ਗਏ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਐਕਸਪਰਟਸ ਨੇ ਉਹ ਸਕਰੂਟਨਾਈਜ਼ ਕਰਦੇ ਨੇ ਕਿ ਮੈਰਿਜ ਅਸਲੀ ਹੈ ਜਾਂ ਸਿਰਫ ਇਮੀਗ੍ਰੇਸ਼ਨ ਪਰਪਸ ਦੇ ਲਈ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਕੁੜੀ ਜਾਂ ਮੁੰਡੇ ਦੇ ਵਿੱਚੋਂ ਇੱਕ ਇੱਧਰ ਸਟੂਡੈਂਟ ਹੈ ਸ਼ਾਰਟ ਟਰਮ ਦੇ ਲਈ ਇੰਡੀਆ ਜਾਂਦੇ ਨੇ 15-20 ਦਿਨਾਂ ਦੇ ਲਈ ਉੱਥੋਂ ਵਿਆਹ ਕਰਾ ਕੇ ਫਟਾਫਟ ਇੱਥੇ ਆ ਕੇ ਨਾਲ ਹੀ ਫਾਈਲ ਲਗਾਣੀ ਸ਼ੁਰੂ ਕਰ ਦਿੰਦੇ ਨੇ ਸੋ ਇਦਾਂ ਦੇ ਕੇਸਿਸ ਦੇ ਵਿੱਚ ਰਿਫਿਊਜ਼ਲ ਦੇ ਚਾਂਸਸ ਨਹੀਂ ਤੁਹਾਨੂੰ ਲੱਗਦਾ ਹੈ ਡੈਫੀਨਿਟਲੀ ਜਿਹੜੇ ਆਪਾਂ ਦੇ ਮੈਜੋਰਿਟੀ ਆਫ ਰਿਫਿਊਜ਼ਲ ਕੇਸਿਸ ਆ ਉਹਨਾਂ ਦੇ ਵਿੱਚ ਦੋ ਤਿੰਨ ਚੀਜ਼ਾਂ ਦੇਖੀਆਂ ਗਈਆਂ ਨੇ ਇੱਕ ਤਾਂ ਇਹ ਹੁੰਦਾ ਹੈ ਕਿ ਕੁੜੀ ਦੀ ਏਜ ਘੱਟ ਹੁੰਦੀ ਹੈ ਕੁੜੀ ਦੀ ਏਜ ਹੁੰਦੀ ਹੈ 18 ਜਾਂ 19 ਇਅਰਸ ਦੀ ਏਜ ਦੇ ਵਿੱਚ ਉਹਦੀ ਮੈਰਿਜ ਹੋ ਜਾਂਦੀ ਹੈ ਹੁਣ ਇਸ ਕੇਸ ਦੇ ਵਿੱਚ ਕੀ ਹੁੰਦਾ ਜਿਹੜਾ ਉਹਨਾਂ ਦਾ ਸਪਾਊਸ ਹੁੰਦਾ ਬੈਕ ਹੋਮ ਦੇ ਵਿੱਚ ਉਹਦੀ ਵੀ ਸਿਮਿਲਰ ਏਜ ਹੀ ਹੁੰਦੀ ਹੈ 18 ਜਾਂ 19 ਇਅਰਸ ਦੀ ਜਾਂ ਫਿਰ ਏਜ ਗੈਪ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਜਿਹਦੇ ਤੋਂ ਕਲੀਅਰਲੀ ਇਹ ਚੀਜ਼ ਸ਼ੋ ਹੋ ਰਹੀ ਹੁੰਦੀ ਹੈ ਕਿ ਇਹ ਮੈਰਿਜ ਜਿਹੜੀ ਹੈ ਜੈਨੂਇਨ ਮੈਰਿਜ ਨਹੀਂ ਹੈਗੀ ਠੀਕ ਹੈ ਸੋ ਐਂਡ ਇਸ ਤੋਂ ਇਲਾਵਾ ਨੈਕਸਟ ਜਿਹੜਾ ਰੀਜ਼ਨ ਹੈ ਕਿ ਜਾਂ ਡਿਊਰਿੰਗ ਸਟੱਡੀ 15 ਡੇਜ਼ ਦਾ ਜਾਂ 20 ਡੇਜ਼ ਦਾ ਜਿਹੜਾ ਸ਼ਾਰਟ ਬ੍ਰੇਕ ਲੈ ਕੇ ਉਹ ਜਿਹੜਾ ਇੱਥੇ ਕੋਈ ਕੁੜੀ ਜਾਂ ਕੈਂਡੀਡੇਟ ਜਿਹੜਾ ਇੰਡੀਆ ਜਾ ਰਿਹਾ ਮੈਰਿਜ ਕਰਵਾਉਣ ਦੇ ਲਈ ਜਦੋਂ ਐਪਲੀਕੇਸ਼ਨ ਸਬਮਿਟ ਕੀਤੀ ਜਾਂਦੀ ਹੈ ਉਹਦਾ ਪ੍ਰੀਵੀਅਸ ਦੇ ਵਿੱਚ ਕੋਈ ਆਪਸ ਵਿੱਚ ਕਮਿਟਮੈਂਟ ਨਹੀਂ ਹੁੰਦੀ ਕੋਈ ਕਨੈਕਸ਼ਨ ਨਹੀਂ ਹੁੰਦਾ ਕੋਈ ਇੰਗੇਜਮੈਂਟ ਨਹੀਂ ਹੁੰਦੀ ਐਪਲੀਕੇਸ਼ਨ ਸਬਮਿਟ ਕਰ ਦਿੱਤੀ ਜਾਂਦੀ ਹੈ ਜਦੋਂ ਲੜਕੀ 15 ਡੇਜ਼ ਦਾ ਵਿਜ਼ਿਟ ਕਰਦੀ ਹੈ ਸਟੇ ਕਰਦੀ ਹੈ ਇੱਥੇ ਆਂਦੀ ਹੈ ਕੈਨੇਡਾ ਦੇ ਵਿੱਚ ਆਂਦੀ ਹੈ ਜਾਂ ਤਾਂ ਇੰਡੀਆ ਤੋਂ ਐਪਲੀਕੇਸ਼ਨ ਸਬਮਿਟ ਕਰ ਦਿੱਤੀ ਜਾਂਦੀ ਹੈ ਜਾਂ ਇੱਥੋਂ ਸਬਮਿਟ ਕਰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਕੋਈ ਬਾਉਂਡੇਸ਼ਨ ਕਮਿਊਨੀਕੇਸ਼ਨ ਜਾਂ ਇੰਟਰਡਿਪੈਂਡੈਂਸੀ ਨਹੀਂ ਸ਼ੋ ਹੋ ਰਹੀ ਹੁੰਦੀ ਸੋ ਇੱਕ ਮੈਰਿਜ ਜਿਹੜਾ ਹੈਗਾ ਉਹ ਜੇ ਆਪਾਂ ਜਨਰਲ ਗੱਲ ਕਰੀਏ ਜਦੋਂ ਆਪਾਂ ਮੈਰਿਜ ਕਰਦੇ ਇੱਕ ਨਾਰਮਲ ਸਰਕਮਸਟੈਂਸਿਸ ਜਦੋਂ ਆਪਾਂ ਮੈਰਿਜ ਕਰਦੇ ਹਾਂ ਜੇ ਆਪਾਂ ਗੱਲ ਕਰੀਏ ਕਿ ਛੋਟੀ ਉਮਰ 'ਚ ਵੀ ਵਿਆਹ ਹੋ ਰਿਹਾ ਤਾਂ ਐਟਲੀਸਟ ਮੁੰਡੇ ਜਾਂ ਕੁੜੀ ਦੇ ਵਿੱਚੋਂ ਇੱਕ ਜਣਾ ਜਿਹੜਾ ਹੈ ਉਹ ਫਾਈਨੈਂਸ਼ੀਅਲੀ ਸਟੇਬਲ ਹੈ ਲੜਕਾ ਜਾਂ ਤਾਂ ਆਪਣਾ ਬਿਜ਼ਨਸ ਕਰ ਰਿਹਾ ਹੋਊਗਾ ਜਾਂ ਫਿਰ ਉਹ ਕੋਈ ਜੌਬ ਕਰ ਰਿਹਾ ਹੋਊਗਾ ਕਿ ਉਹ ਫਾਈਨੈਂਸ਼ੀਅਲੀ ਜਿਹੜਾ ਆਪਣੀ ਵਾਈਫ ਨੂੰ ਸਪੋਰਟ ਕਰ ਸਕਦਾ ਹੈ ਜੇ ਉਹਦੇ ਸਪਾਊਸ ਜਿਹੜੀ ਵਾਈਫ ਆ ਉਹ ਅਗਰ ਸਟੱਡੀ ਕਰ ਵੀ ਰਹੀ ਹੈ ਤਾਂ ਐਟਲੀਸਟ ਉਹਦਾ ਬਰਡਨ ਸਟੱਡੀ ਦਾ ਬਰਡਨ ਚੁੱਕਣ ਜੋਗੀ ਇੰਨੀ ਕੁ ਕੈਪੇਬਿਲਿਟੀ ਰੱਖਦਾ ਬਟ ਜਿਹੜੇ ਹੁਣ ਸੀਨੈਰੀਓਜ਼ ਦੇਖਣ ਚ ਆਉਂਦੇ ਆ ਜਿਨ੍ਹਾਂ ਚ ਰਿਫਿਊਜ਼ਲਸ ਕਾਫੀ ਜ਼ਿਆਦਾ ਹੈ ਕਾਫੀ ਹਾਈ ਰੇਟ ਹੈ ਉਹਦੇ ਵਿੱਚ ਫਾਈਨੈਂਸ਼ੀਅਲੀ ਦੇਖਿਆ ਜਾਵੇ ਤਾਂ ਜਿਹੜਾ ਲੜਕਾ ਹੈ ਉਹ ਟੋਟਲੀ ਆਪਣੀ ਫੈਮਿਲੀ ਤੇ ਡਿਪੈਂਡੈਂਟ ਹੁੰਦਾ ਹੈ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟਸ ਲੱਗਦੀਆਂ ਨੇ ਉਹ ਸਾਰੀਆਂ ਉਹਦੇ ਵਿੱਚ ਪੇਰੈਂਟਸ ਦੀ ਇਨਫੋਰਮੇਸ਼ਨ ਹੁੰਦੀ ਹੈ ਜੇ ਪ੍ਰਾਪਰਟੀ ਦੀ ਗੱਲ ਕਰੀਏ ਪੇਰੈਂਟਸ ਦੀ ਹੁੰਦੀ ਹੈ ਜੇ ਫਾਰਮਿੰਗ ਬਹੁਤ ਮੋਸਟਲੀ ਫਾਰਮਿੰਗ ਬੈਕਗ੍ਰਾਉਂਡ ਨਾਲ ਰਿਲੇਟਡ ਹੁੰਦੇ ਨੇ ਤੇ ਜਿਹੜੇ ਉਹਨਾਂ ਦੇ ਫਾਰਮ ਆ ਸਾਰਾ ਕੁਝ ਉਹ ਪੇਰੈਂਟਸ ਦੇ ਅੰਡਰ ਹੀ ਹੁੰਦੇ ਨੇ ਸੋ ਜਿਹੜਾ ਸਪਾਊਸ ਹੈ ਜਿਹਨੇ ਇੱਥੇ ਆਣਾ ਹੈ ਕੈਨੇਡਾ ਦੇ ਵਿੱਚ ਆਣਾ ਉਹ ਖੁਦ ਵੀ ਅਜੇ ਇੰਡੀਪੈਂਡੈਂਟ ਨਹੀਂ ਹੁੰਦਾ ਤੇ ਉਹਦੀਆਂ ਬੈਕ ਹੋਮ ਟਾਈਜ਼ ਜਿਹੜੀਆਂ ਹੁੰਦੀਆਂ ਨੇ ਸਿਰਫ ਉਹਦੇ ਇੱਕ ਫੈਮਿਲੀ ਮੈਂਬਰਸ ਹੁੰਦੇ ਉਸ ਤੋਂ ਇਲਾਵਾ ਨਹੀਂ ਹੁੰਦੀਆਂ ਸੋ ਮੋਸਟਲੀ ਜਿਹੜੇ ਰਿਫਿਊਜ਼ਲਸ ਲੱਗਦੇ ਆ ਉਹਨਾਂ ਦੇ ਵਿੱਚ ਸੈਕਸ਼ਨ 205 ਜਿਹਦੇ ਵਿੱਚ ਕਿ ਇਨਕੰਪਲੀਟ ਡਾਕੂਮੈਂਟਸ ਪ੍ਰੋਵਾਈਡ ਕੀਤੇ ਜਾਂਦੇ ਨੇ ਜਾਂ ਫਿਰ ਐਪਲੀਕੇਸ਼ਨ ਜਿਹੜੀ ਹੈ ਉਹ ਪ੍ਰੋਪਰਲੀ ਸਬਮਿਟ ਨਹੀਂ ਕੀਤੀ ਗਈ ਹੁੰਦੀ ਜਾਂ ਫਿਰ ਸੈਕਸ਼ਨ 200 ਜਿਹਦੇ ਵਿੱਚ ਕਿ ਫਾਈਨੈਂਸ਼ੀਅਲ ਇਨਸਟੈਬਿਲਿਟੀ ਜਾਂ ਫਾਈਨੈਂਸ਼ੀਅਲ ਜਿਹੜੀ ਹੈ ਉਹ ਸਟੇਬਲ ਨਹੀਂ ਹੁੰਦੇ ਇਹ ਚੀਜ਼ਾਂ ਸ਼ੋ ਕੀਤੀਆਂ ਗਈਆਂ ਹੁੰਦੀਆਂ ਨੇ ਸੋ ਮੇਰੀਆਂ ਜੋ ਰਿਕਮੈਂਡੇਸ਼ਨਸ ਨੇ ਉਹ ਇਹ ਨੇ ਕਿ ਜਦੋਂ ਵੀ ਤੁਸੀਂ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਸਬਮਿਟ ਕਰੋ ਸੋ ਉਸ ਟਾਈਮ ਦੇ ਉੱਤੇ ਆਪਣੀ ਰਿਲੇਸ਼ਨਸ਼ਿਪ ਨੂੰ ਪ੍ਰੋਪਰਲੀ ਪ੍ਰੂਵ ਕਰੋ ਤੁਹਾਡੇ ਆਪਸ ਵਿੱਚ ਕਮਿਟਮੈਂਟ ਹੋਣੀ ਚਾਹੀਦੀ ਹੈ
ਲੈਟਸ ਸੇ ਕਿ ਅਗਰ ਸਪਾਊਸ ਨੇ ਆਪਣੀ ਇੱਕ ਵਾਰੀ ਐਪਲੀਕੇਸ਼ਨ ਲਗਾਈ, ਉਹਦਾ ਰਿਫਿਊਜ਼ਲ ਆਇਆ, ਤਾਂ ਬੈਕ ਟੂ ਬੈਕ ਐਪਲੀਕੇਸ਼ਨ ਨਹੀਂ ਸਬਮਿਟ ਕਰਨੀ ਚਾਹੀਦੀ ਤੁਹਾਨੂੰ। ਇਨ ਬਿਟਵੀਨ ਅਗਰ ਤੁਹਾਡਾ ਸਪਾਊਸ ਇੱਥੇ ਕੈਨੇਡਾ ਦੇ ਵਿੱਚ ਤੁਹਾਨੂੰ ਕੰਪਨੀ ਨਹੀਂ ਕਰਨ ਆ ਪਾਇਆ, ਤਾਂ ਐਟਲੀਸਟ ਤੁਸੀਂ ਉਹਨਾਂ ਨੂੰ ਬੈਕ ਹੋਮ ਇੱਕ ਵਾਰੀ ਵਿਜ਼ਿਟ ਕਰੋ। ਹਾਂਜੀ ਹਾਂਜੀ, ਠੀਕ ਹੈ। ਇਸ ਤੋਂ ਇਲਾਵਾ ਤੁਹਾਡੀ ਇੰਟਰਡਿਪੈਂਡੈਂਸੀ ਸ਼ੋ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਪ੍ਰੋਵਾਈਡ ਕਰਦਾ ਹੋਵੇ। ਸੋ ਹੋਰ ਬਾਕੀ ਸਾਰੇ ਡਾਕੂਮੈਂਟਸ ਪ੍ਰੋਵਾਈਡ ਕਰਕੇ ਫਿਰ ਤੁਸੀਂ ਉਹਨੂੰ ਰਿਵਿਊ ਕਰਕੇ ਫਿਰ ਆਪਣੀ ਐਪਲੀਕੇਸ਼ਨ ਹਾਂਜੀ ਹਰਮੀਤ ਜੀ, ਅਗਰ ਦੋ ਸਟੂਡੈਂਟਸ ਕੈਨੇਡਾ ਦੇ ਵਿੱਚ ਨੇ, ਦੋਨਾਂ ਦੇ ਵਿੱਚੋਂ ਕੋਈ ਵੀ ਪੀਆਰ ਨਹੀਂ ਹੈ, ਦੋਨੇ ਇੱਥੇ ਮੈਰਿਜ ਕਰਵਾਉਂਦੇ ਨੇ ਜਾਂ ਇੰਡੀਆ ਜਾਂ ਕਿਸੇ ਵੀ ਦੇਸ਼ ਤੋਂ ਇੱਥੇ ਟੂਰਿਸਟ ਆਉਂਦੇ ਨੇ, ਇੱਥੇ ਬੱਚਾ ਜਿਹੜਾ ਪੈਦਾ ਹੁੰਦਾ ਹੈ ਉਹਨਾਂ ਦਾ, ਉਹਨੂੰ ਸਿਟੀਜ਼ਨ ਦਾ ਜਿਹੜਾ ਦਰਜਾ ਹੈ ਉਹ ਮਿਲ ਜਾਂਦਾ ਹੈ, ਉਹਦੇ ਨਾਲ ਉਹਦੇ ਪੈਰੈਂਟਸ ਤੇ ਵੀ ਕੋਈ ਅਸਰ ਪੈਂਦਾ ਉਹਨਾਂ ਦੇ ਸਟੇਟਸ ਤੇ? ਹਾਂਜੀ, ਤੁਸੀਂ ਮੈਨੂੰ ਇੱਥੇ ਦੋ ਕੁਐਸਚਨਸ ਜਿਹੜੇ ਨੇ ਇੰਡਾਇਰੈਕਟ ਵੇ ਨਾਲ ਪੁੱਛ ਰਹੇ ਹੋ। ਪਹਿਲਾ ਤੇ ਇਹ ਹੈ ਕਿ ਜੇ ਇੰਟਰਨੈਸ਼ਨਲ ਸਟੂਡੈਂਟਸ ਡਿਊਰਿੰਗ देयर ਸਟੱਡੀ, ਅਗਰ ਦੋਨੋਂ ਇੰਟਰਨੈਸ਼ਨਲ ਸਟੂਡੈਂਟਸ ਨੇ ਤੇ ਉਹ ਮੈਰਿਜ ਕਰਵਾਉਂਦੇ ਨੇ, ਤੇ ਉਹ ਉਹਨਾਂ ਦੇ ਲਈ ਕੀ ਲਾਈਕ ਫਰਦਰ ਕੀ ਪ੍ਰੋਸੀਜਰ ਹੈ? ਲੈਟਸ ਸੇ ਕਿ ਇੱਕ ਜਿਹੜਾ ਸਟੂਡੈਂਟ ਹੈ ਉਹ ਆਪਣੀ ਸਟੱਡੀ ਕੰਟੀਨਿਊ ਨਹੀਂ ਕਰਨਾ ਚਾਹੁੰਦਾ ਬਿਕਾਜ਼ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਨੋ ਡਾਊਟ ਜਿਹੜੀਆਂ ਫੀਸਿਸ ਨੇ ਉਹ ਕਾਫੀ ਹਾਈ ਨੇ, ਤਾਂ ਦੂਸਰੇ ਸਟੂਡੈਂਟ ਨੂੰ ਸਪੋਰਟ ਕਰਨਾ ਚਾਹੁੰਦਾ ਹੈ, ਤਾਂ ਇੱਕ ਜਣਾ ਜਿਹੜਾ ਹੈ ਉਹ ਸਪਾਊਸ ਓਪਨ ਵਰਕ ਪਰਮਿਟ ਚ ਕਨਵਰਟ ਕਰ ਸਕਦਾ ਹੈ, ਪ੍ਰੋਵਾਈਡਡ ਕਿ ਉਹਨਾਂ ਨੂੰ ਸਾਰੇ ਆਪਣੇ ਰਿਲੇਸ਼ਨਸ਼ਿਪ ਡਾਕੂਮੈਂਟਸ ਐਂਡ ਜੈਨੂਇਨਨੈਸ ਆਫ ਰਿਲੇਸ਼ਨਸ਼ਿਪ ਜਿਹੜੀ ਉਹ ਪ੍ਰੂਵ ਕਰਨੀ ਪਊਗੀ। ਐਂਡ ਇਸ ਤੋਂ ਇਲਾਵਾ ਇੱਕ ਚੀਜ਼ ਮੈਂ ਇਹਦੇ ਵਿੱਚ ਜ਼ਰੂਰ ਰਿਕਮੈਂਡ ਕਰਨੀ ਚਾਹੂੰਗੀ ਕਿ ਜਦੋਂ ਵੀ ਇੱਕ ਜਣਾ ਜਿਹੜਾ ਸਟੱਡੀ ਦੇ ਡਿਊਰਿੰਗ ਆਪਣੀ ਓਪਨ ਵਰਕ ਪਰਮਿਟ ਫਾਈਲ ਕਨਵਰਟ ਕਰਵਾ ਰਿਹਾ ਹੈ, ਤਾਂ ਉਹ ਇਨ ਬਿਟਵੀਨ ਆਪਣੀ ਸਟੱਡੀ ਨੂੰ ਡਿਸਕੰਟੀਨਿਊ ਨਾ ਕਰ ਦੇਵੇ ਕਿ ਮੈਂ ਇਹ ਮੈਰਿਜ ਕਰਵਾ ਲਈ ਹੈ ਤੇ ਇਮੀਡੀਏਟਲੀ ਸਮਟਾਈਮਸ ਉਹ ਆਪਣੀ ਸਟੱਡੀ ਡਿਸਕੰਟੀਨਿਊ ਕਰ ਦਿੰਦੇ ਆ। ਸੋ ਅਗਰ ਤੁਸੀਂ ਆਪਣੀ ਸਟੱਡੀ ਛੱਡਣਾ ਵੀ ਚਾਹੁੰਦੇ ਹੋ ਤਾਂ ਤੁਹਾਡਾ ਗੈਪ ਜਿਹੜਾ ਹੈ ਉਹ ਇੰਨਾ ਜ਼ਿਆਦਾ ਨਹੀਂ ਹੋਣਾ ਚਾਹੀਦਾ, ਬਿਕੋਜ਼ ਜਦੋਂ ਤੁਸੀਂ 90 ਡੇਜ਼ ਤੋਂ ਉੱਪਰ ਚਲੇ ਜਾਂਦੇ ਹੋ ਤਾਂ ਤੁਸੀਂ ਆਊਟ ਆਫ ਸਟੇਟਸ ਚਲੇ ਜਾਂਦੇ ਹੋ। ਸੋ ਆਪਣਾ ਸਟੇਟਸ ਮੇਨਟੇਨ ਕਰਕੇ ਰੱਖਣਾ ਵੀ ਇੱਥੇ ਬਹੁਤ ਜ਼ਰੂਰੀ ਹੈ। ਸਮਾਂ ਬਹੁਤ ਲਿਮਿਟਡ ਹੈ, ਤੇ ਉਹ ਜਿਹੜੇ ਅਸੀਂ ਟੂਰਿਸਟ ਦੀ ਗੱਲ ਅਸੀਂ ਕਰ ਰਹੇ ਸੀ, ਬੱਚੇ ਦੇ ਬੇਸਿਸ ਤੇ ਪੈਰੈਂਟਸ ਨੂੰ ਐਂਟਰੀ ਮਿਲਦੀ ਹੈ ਕਿ ਨਹੀਂ, ਇਹਦਾ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਤੁਹਾਡਾ ਬੜਾ ਵਧੀਆ ਕੁਐਸਚਨ ਹੈ। ਸਭ ਤੋਂ ਪਹਿਲਾਂ ਤੇ ਇਹ ਕਿ ਜਦੋਂ ਦੋ ਵਿਜ਼ਿਟਰਸ ਇੱਥੇ ਆਉਂਦੇ ਨੇ ਤਾਂ ਲੈਟਸ ਸੇ ਕਿ ਵਾਈਫ ਪ੍ਰੈਗਨੈਂਟ ਹੈ, ਉਹਦੀ ਇੱਥੇ ਡਿਲੀਵਰੀ ਹੁੰਦੀ ਹੈ, ਤਾਂ ਉਹਦੇ ਵਿੱਚ ਜਿਹੜੇ ਵੀ ਐਕਸਪੈਂਸਿਸ ਵਗੈਰਾ ਨੇ ਉਹ ਪੇਰੈਂਟਸ ਨੂੰ ਖੁਦ ਬੀਅਰ ਕਰਨੇ ਪੈਂਦੇ ਆ। ਜਿਹੜਾ ਕੈਨੇਡੀਅਨ ਲੈਂਡ ਦੇ ਉੱਤੇ ਬੱਚਾ ਬੋਰਨ ਹੋਏਗਾ ਉਹਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਏਗੀ, ਬਟ ਸਟਿਲ ਅਗਰ ਬੱਚੇ ਦੀ ਇੰਸ਼ੋਰੈਂਸ ਨਹੀਂ ਹੋਊਗੀ ਤਾਂ ਤੁਹਾਨੂੰ ਫਿਰ ਉਹ ਜਿਹੜੇ ਵੀ ਉਹਦੇ ਹਾਈ ਐਕਸਪੈਂਸਿਸ ਨੇ, ਕਾਫੀ ਹਾਈ ਐਕਸਪੈਂਸਿਸ ਨੇ, ਉਹ ਖੁਦ ਬੀਅਰ ਕਰਨੇ ਪੈਣਗੇ। ਬਟ ਜੇ ਤੁਸੀਂ ਇਹ ਸੋਚੋ ਕਿ ਬੱਚੇ ਦੇ ਬੇਸ ਦੇ ਉੱਤੇ ਤੁਹਾਨੂੰ ਕੋਈ ਕ੍ਰੈਡਿਟ ਮਿਲੇਗਾ ਕਿ ਤੁਸੀਂ ਖੁਦ ਵੀ ਆਪਣੀ ਸਿਟੀਜ਼ਨਸ਼ਿਪ ਲੈ ਸਕੋਗੇ, ਤੇ ਇਦਾਂ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ ਹੈ। ਤੁਹਾਨੂੰ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਆਪਣੇ ਬਿਹਾਫ ਦੇ ਉੱਤੇ ਅਚੀਵ ਕਰਨੀ ਪਏਗੀ। ਬਿਲਕੁਲ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਇਜਾਜ਼ਤ ਲੈਣ ਦਾ, ਪਰ ਅਸੀਂ ਚਾਹੁੰਦੇ ਹਾਂ ਕਿ ਆਪਣਾ ਕੰਟੈਕਟ ਨੰਬਰ ਤੇ ਜਿਹੜਾ ਤੁਹਾਡਾ ਲੋਕੇਸ਼ਨ ਹੈ ਉਸ ਬਾਰੇ ਸਾਰਿਆਂ ਨੂੰ ਜ਼ਰੂਰ ਜਾਣ ਲੱਗੇ ਦੱਸ ਕੇ ਜਾਓ। ਹਾਂਜੀ, ਅਗਰ ਤੁਸੀਂ ਸਾਡੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡਾ ਆਫਿਸ ਮਿਸੀਸਾਗਾ ਦੇ ਵਿੱਚ ਹੈ, ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ, ਅਪਾਇੰਟਮੈਂਟ ਬੁੱਕ ਕਰ ਸਕਦੇ ਹੋ at 4169973031 ਦੇ ਉੱਤੇ। ਇਸ ਤੋਂ ਇਲਾਵਾ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ at skybitimmigration.com ਤੇ। ਜੀ ਹਰਮੀਤ ਜੀ, ਇਹਨੇ ਲਿਮਿਟਡ ਟਾਈਮ ਦੇ ਵਿੱਚ ਵੀ ਇੰਨੀ ਅਹਿਮ ਜਾਣਕਾਰੀ ਤੁਸੀਂ ਸਾਰੇ ਆਪਣਿਆਂ ਨੂੰ ਦਿੱਤੀ, ਦੇਖਣ ਵਾਲਿਆਂ ਨੂੰ। ਉਮੀਦ ਹੈ ਕਿ ਜਾਣਕਾਰੀ ਸਾਰਿਆਂ ਦੇ ਲਈ ਲਾਹੇਵੰਦ ਹੋਏਗੀ, ਤੇ ਅੱਜ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਫॉर giving me an opportunity in your program. ਥੈਂਕ ਯੂ। ਇਹ ਸੀਗਾ ਜੀ ਅੱਜ ਦਾ ਪ੍ਰਾਈਮ ਟਾਕ ਪ੍ਰੋਗਰਾਮ। ਕਿਸੇ ਹੋਰ ਦਿਨ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ। ਨਵਦੀਪ ਨੂੰ ਦਿਓ ਅੱਜ ਦੇ ਲਈ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।